ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਵਿਆਹ ਨੂੰ ਹਾਲੇ 3 ਮਹੀਨੇ ਵੀ ਨਹੀਂ ਹੋਏ ਸਨ ਕਿ ਮੈਨੂੰ ਆਪਣੀ ਘਰਵਾਲੀ ਦੇ ਮਰਨ ਦੀ ਖਬਰ ਮਿਲੀ। ਮੈਂ ਤਾਂ ਸੋਚ ਵੀ ਨਹੀਂ ਸਕਦਾ ਸੀ ਕਿ ਇੰਨਾ ਪਿਆਰ ਕਰਨ ਵਾਲੀ ਪਤਨੀ, ਜਿਸ ਨਾਲ ਖੁੱਲ੍ਹ ਕੇ ਅਜੇ ਮੈਂ ਦਿਲ ਦੀਆਂ ਗੱਲਾਂ ਵੀ ਨਹੀਂ ਕੀਤੀਆਂ ਸੀ, ਉਹ ਇਸ ਦੁਨੀਆ ਤੋਂ ਇੰਨੀ ਜਲਦੀ ਚਲੀ ਜਾਵੇਗੀ। ਮੈਂ ਉਸ ਦੀ ਮੁਹੱਬਤ ਨੂੰ ਪੂਰਾ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਸੀ। ਜਿੱਦਾਂ ਉਹ ਚਾਹੁੰਦੀ ਸੀ ਮੈਂ ਉਦਾਂ ਹੀ ਕਰਦਾ, ਪਰ ਜ਼ਿੰਦਗੀ ਨੇ ਵੱਡਾ ਜ਼ੁਲਮ ਮੇਰੇ ਤੇ ਕੀਤਾ ਕਿ ਮੇਰੀ ਪਤਨੀ ਭਰੀ ਜਵਾਨੀ ਵਿੱਚ ਮੈਨੂੰ ਛੱਡ ਕੇ ਚਲੀ ਗਈ। ਪਰ ਪਤਨੀ ਦੇ ਮਰਨ ਤੋਂ ਬਾਅਦ ਵੀ ਅਸਲ ਕਹਾਣੀ ਸ਼ੁਰੂ ਹੋਈ, ਜਿਸ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਤੇ ਸਾਰੇ ਰਿਸ਼ਤਿਆਂ ਦੀ ਪਹਿਚਾਣ ਕਰਵਾ ਦਿੱਤੀ। ਜਿੱਦਾਂ ਹੀ ਮੇਰੀ ਪਤਨੀ ਦੇ ਮਰਨ ਦੀ ਖਬਰ ਆਈ ਤਾਂ ਉਸ ਦੇ ਪੇਕੇ ਘਰ ਵਾਲੇ ਆ ਗਏ। ਉਸ ਦੀ ਮਾਂ ਮੈਨੂੰ ਤਾਨੇ ਦੇਣ ਲੱਗੀ ਕਿ ਤੂੰ ਸਾਡੀ ਧੀ ਨੂੰ ਮਾਰਿਆ ਹੈ। ਉਹ ਵਿਆਹ ਦੇ ਸਮੇਂ ਤਾਂ ਬਹੁਤ ਖੁਸ਼ ਸੀ। ਉਸਨੇ ਸਾਨੂੰ ਕਿਹਾ ਸੀ ਕਿ ਹੁਣ ਉਸ ਘਰ ਚੋਂ ਅਰਥੀ ਨਿਕਲੇਗੀ ਤੇ ਤੂੰ ਤਾਂ ਸੱਚਮੁੱਚ ਉਸ ਦੀ ਅਰਥੀ ਕੱਢ ਦਿੱਤੀ। ਤੈਨੂੰ ਜਰਾ ਵੀ ਸ਼ਰਮ ਨਹੀਂ ਆਈ? ਤੂੰ ਸਾਡੀ ਧੀ ਤੇ ਜ਼ੁਲਮ ਕੀਤਾ, ਤਾਂ ਹੀ ਵਿਚਾਰੀ ਉਹ ਬੋਲੀ ਨਹੀਂ ਤੇ ਘੁੱਟ-ਘੁੱਟ ਕੇ ਮਰ ਗਈ। ਮੈਂ ਹੁਣ ਉਹਨਾਂ ਨੂੰ ਕੀ ਸਮਝਾਉਂਦਾ? ਮੈਂ ਤਾਂ ਉਸ ਨਾਲ ਕੋਈ ਸਬੰਧ ਵੀ ਨਹੀਂ ਬਣਾ ਸਕਿਆ ਸੀ। ਮੈਂ ਉਸ ਤੇ ਕੀ ਜ਼ੁਲਮ ਕਰਦਾ? ਹਾਲੇ ਤਾਂ ਸਾਡਾ ਦੋਹਾਂ ਦਾ ਰਿਸ਼ਤਾ ਬਹੁਤ ਹੀ ਨਾਜ਼ੁਕ ਸੀ। ਮੈਂ ਚਾਹ ਕੇ ਵੀ ਉਸ ਦੇ ਕੋਲ ਨਹੀਂ ਜਾ ਸਕਿਆ ਸੀ। ਉਹ ਇਸ ਕਦਰ ਸ਼ਰਮਾਉਂਦੀ ਸੀ ਕਿ ਮੈਂ ਉਸ ਨਾਲ ਗੱਲ ਕਰਦਾ ਤਾਂ ਉਹ ਮੂੰਹ ਫੇਰ ਲੈਂਦੀ। ਇਸੇ ਤਰ੍ਹਾਂ ਸਾਨੂੰ 3 ਮਹੀਨੇ ਲੰਘ ਗਏ ਸੀ। ਪਤਾ ਹੀ ਨਾ ਚੱਲਿਆ, ਮੁਸੀਬਤ ਤਾਂ ਹੁਣ ਮੇਰੇ ਸਿਰ ਤੇ ਪਈ ਸੀ। ਜਦੋਂ ਮੇਰੀ ਸੱਸ ਕਹਿ ਰਹੀ ਸੀ ਕਿ ਮੇਰੀ ਧੀ ਤੇ ਕੀਤੇ ਇੱਕ ਜ਼ੁਲਮ ਦਾ ਹਿਸਾਬ ਤੈਨੂੰ ਦੇਣਾ ਪਵੇਗਾ ਤੇ ਤੂੰ ਮੇਰੀ ਧੀ ਤੇ ਜ਼ੁਲਮ ਕੀਤਾ ਹੈ, ਉਸ ਤੋਂ ਵੀ ਵੱਡਾ ਇੱਕ ਹਾਦਸਾ ਹੋਇਆ ਜਿਸ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ। ਪਤਨੀ ਦੇ ਪੇਕੇ ਕਹਿ ਰਹੇ ਸੀ ਕਿ ਅਸੀਂ ਲਾਸ਼ ਆਪਣੇ ਪੇਕੇ ਘਰ ਲੈ ਕੇ ਜਾਵਾਂਗੇ ਤੇ ਆਪਣੇ ਹੀ ਕਬਰਸਤਾਨ ਵਿੱਚ ਦਫਨ ਕਰਾਂਗੇ, ਜਦਕਿ ਮੇਰੇ ਘਰ ਵਾਲੇ ਕਹਿ ਰਹੇ ਸੀ ਕਿ ਹੁਣ ਇਹ ਸਾਡੀ ਜ਼ਿੰਮੇਵਾਰੀ ਆ, ਇਸ ਲਈ ਇਸ ਨੂੰ ਇੱਥੇ ਹੀ ਦਫਨਾਇਆ ਜਾਵੇਗਾ। ਪਰ ਉਸ ਦੇ ਪੇਕੇ ਵੱਲੋਂ ਇੱਕ ਆਦਮੀ ਬਹੁਤ ਜ਼ਿਆਦਾ ਜ਼ਿੱਦ ਕਰ ਰਿਹਾ ਸੀ ਕਿ ਕਿਸੇ ਵੀ ਸੂਰਤ ਵਿੱਚ ਅਸੀਂ ਆਪਣੀ ਧੀ ਨੂੰ ਇੱਥੇ ਦਫਨ ਨਹੀਂ ਕਰ ਦੇਵਾਂਗੇ। ਤੁਸੀਂ ਉਸ ਦੇ ਜਿਉਂਦੇ ਜੀ ਕਿੰਨਾ ਜ਼ੁਲਮ ਕੀਤਾ, ਉਸ ਨੂੰ ਮਾਰ ਕੇ ਇੱਥੇ ਨਹੀਂ ਛੱਡ ਸਕਦੇ। ਖੈਰ, ਕੁਝ ਨਾ ਕੁਝ ਕਰਕੇ ਉਹ ਲੋਕ ਉਸ ਦੀ ਲਾਸ਼ ਨੂੰ ਉੱਥੋਂ ਲੈ ਕੇ ਚਲੇ ਗਏ ਤੇ ਆਪਣੇ ਘਰ ਗਏ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ, ਪਰ ਮੇਰੀ ਪਤਨੀ ਵੀ ਚਾਹੇ ਉਹ ਜਿੱਥੇ ਵੀ ਦਫਨ ਕੀਤੀ ਜਾਂਦੀ। ਮੇਰੀ ਉਸ ਨਾਲ ਮੁਹੱਬਤ ਸੀ, ਮੈਂ ਵੀ ਉਸ ਦੇ ਨਾਲ ਹੀ ਚਲਾ ਗਿਆ। ਮੈਂ ਆਪਣੀ ਪਤਨੀ ਨੂੰ ਦਫਨ ਕਰਨ ਦੇ ਸਮੇਂ ਬਹੁਤ ਪਰੇਸ਼ਾਨ ਸੀ। ਮੈਨੂੰ ਜਦੋਂ ਉਸ ਕਬਰਸਤਾਨ ਵਿੱਚ ਉਤਾਰਿਆ ਤਾਂ ਮੈਂ ਆਪਣੀ ਮੌਤ ਨੂੰ ਯਾਦ ਕਰ ਰਿਹਾ ਸੀ ਤੇ ਚਾਹ ਕੇ ਵੀ ਆਪਣੀ ਪਤਨੀ ਦੇ ਨਾਲ ਨਹੀਂ ਜਾ ਸਕਦਾ ਸੀ, ਕਿਉਂਕਿ ਮੈਂ ਅਜਿਹਾ ਨਹੀਂ ਕਰ ਸਕਦਾ ਸੀ। ਫਿਰ ਮੈਨੂੰ ਕਿਸੇ ਨੇ ਪਿੱਛੋਂ ਧੱਕਾ ਦਿੱਤਾ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹੀ ਆਦਮੀ ਖੜਾ ਸੀ ਜਿਸ ਨੇ ਮੇਰੀ ਪਤਨੀ ਦਾ ਜਨਾਜ਼ਾ ਉੱਥੇ ਲਿਜਾਣ ਲਈ ਜਿੱਦ ਕੀਤੀ ਸੀ। ਉਹ ਕਹਿਣ ਲੱਗਿਆ ਕਿ ਹੁਣ ਤੂੰ ਵੀ ਇੱਥੇ ਹੀ ਪੈਣਾ, ਇੱਥੋਂ ਬਾਹਰ ਨਿਕਲ। ਉਸ ਦਾ ਅੰਦਾਜ਼ ਬਹੁਤ ਹੀ ਨਫ਼ਰਤ ਵਾਲਾ ਸੀ। ਮੈਂ ਪਿੱਛੇ ਹੋ ਗਿਆ ਤੇ ਜਲਦੀ ਨਾਲ ਕਬਰ ਨੂੰ ਬੰਦ ਕਰ ਦਿੱਤਾ ਗਿਆ। ਹੁਣ ਉਹ ਆਦਮੀ ਸਭ ਨੂੰ ਕਹਿਣ ਲੱਗਿਆ ਕਿ ਹੁਣ ਇੱਥੇ ਤਮਾਸ਼ਾ ਨਾ ਕਰੋ, ਸਭ ਲੋਕ ਆਪੋ ਆਪਣੇ ਘਰਾਂ ਨੂੰ ਜਾਓ ਤੇ ਹੁਣ ਤੁਸੀਂ ਕੀ ਇੱਥੇ ਇਹਨਾਂ ਮੀਆਂ ਬੀਵੀ ਦਾ ਮਾਤਮ ਮਨਾਉਂਦੇ ਰਹੋਗੇ? ਪਤਨੀ ਦਾ ਮਾਤਮ ਕਰਦੇ ਕਰਦੇ ਇਸ ਦੁਨੀਆ ਤੇ ਚਲੇ ਜਾਓਗੇ। ਆਪਣੇ ਘਰ ਨੂੰ ਜਾ ਤੇ ਆਪਣੇ ਘਰ ਵਾਲਿਆਂ ਨੂੰ, ਆਪਣੀ ਮਾਂ ਨੂੰ ਸਮਾਂ ਦੇ। ਉਸ ਦੀਆਂ ਕੌੜੀਆਂ ਗੱਲਾਂ ਤੇ ਮੈਂ ਬਹੁਤ ਪਰੇਸ਼ਾਨ ਸੀ, ਪਰ ਕੀ ਕਰਦਾ, ਇਹ ਮੌਕਾ ਹੀ ਇਦਾਂ ਦਾ ਸੀ। ਮੈਂ ਕਿਸੇ ਨੂੰ ਕੀ ਕਹਿੰਦਾ? ਮੈਂ ਚੁੱਪ ਸੀ। ਆਪਣੇ ਘਰ ਵਾਪਸ ਆ ਗਿਆ। ਮੇਰਾ ਦਿਲ ਬੁਰੀ ਤਰ੍ਹਾਂ ਟੁੱਟ ਚੁੱਕਿਆ ਸੀ। ਮੈਂ ਘਰ ਆ ਕੇ ਆਪਣੇ ਕਿਸੇ ਦੋਸਤ ਨੂੰ ਫੋਨ ਕਰਨ ਲੱਗਿਆ, ਪਰ ਜਦੋਂ ਮੈਂ ਆਪਣੀ ਜੇਬ ਵਿੱਚ ਹੱਥ ਪਾਇਆ ਤਾਂ ਮੇਰਾ ਫੋਨ ਨਹੀਂ ਸੀ। ਇਹ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਂ ਬਹੁਤ ਪਰੇਸ਼ਾਨ ਹੋ ਗਿਆ। ਸੋਚਿਆ ਕਿ ਸ਼ਾਇਦ ਮੋਬਾਈਲ ਕਿਸੇ ਰਸਤੇ ਵਿੱਚ ਗਿਰ ਗਿਆ ਹੋਵੇਗਾ। ਫਿਰ ਮੈਨੂੰ ਯਾਦ ਆਇਆ ਕਿ ਕਬਰਸਤਾਨ ਵਿੱਚੋਂ ਆਉਂਦੇ ਹੋਏ ਮੇਰੀ ਜੇਬ ਹਲਕੀ ਸੀ। ਮੈਂ ਉਸ ਵਕਤ ਇੰਨਾ ਮਹਿਸੂਸ ਨਹੀਂ ਕਰ ਸਕਿਆ। ਸਮਝ ਵਿੱਚ ਨਹੀਂ ਆਇਆ ਕਿ ਕਿਵੇਂ ਆਪਣਾ ਮੋਬਾਈਲ ਕਬਰਸਤਾਨ ਵਿੱਚ ਹੀ ਭੁੱਲ ਆਇਆ ਸੀ। ਮੋਬਾਈਲ ਤੋਂ ਬਿਨਾਂ ਤਾਂ ਜ਼ਿੰਦਗੀ ਗੁਜ਼ਾਰੀ ਨਹੀਂ ਜਾ ਸਕਦੀ, ਇਹ ਤਾਂ ਤੁਸੀਂ ਲੋਕ ਸਾਰੇ ਜਾਣਦੇ ਹੀ ਹੋ। ਮੈਂ ਘਰ ਤੋਂ ਨਿਕਲਿਆ ਤਾਂ ਜਲਦੀ ਨਾਲ ਕਬਰਸਤਾਨ ਪਹੁੰਚਿਆ ਜਿੱਥੇ ਮੇਰੀ ਪਤਨੀ ਦਫਨ ਹੋਈ ਸੀ। ਪਹੁੰਚਦੇ ਹੀ ਮੇਰੀ ਨਜ਼ਰ ਪੂਰੇ ਕਬਰਸਤਾਨ ਤੇ ਪਈ, ਪਰ ਮੈਨੂੰ ਆਪਣਾ ਫੋਨ ਕਿਤੇ ਨਜ਼ਰ ਨਹੀਂ ਆਇਆ। ਮੈਂ ਇੱਧਰ ਉੱਧਰ ਦੇਖਣ ਤੋਂ ਬਾਅਦ ਉੱਥੇ ਖੜਾ ਸੀ ਇੱਕ ਬੁੱਢਾ ਆਦਮੀ ਮੇਰੇ ਕੋਲ ਆਇਆ। ਉਸਨੇ ਕਿਹਾ, ਕੀ ਲੱਭ ਰਿਹਾ ਪੁੱਤਰਾ? ਸ਼ਾਇਦ ਉਹ ਕਬਰਸਤਾਨ ਦਾ ਧਿਆਨ ਰੱਖਣ ਵਾਲਾ ਸੀ। ਮੈਂ ਕਿਹਾ, ਚਾਚਾ ਜੀ, ਮੈਂ ਸ਼ਾਇਦ ਇੱਥੇ ਆਪਣਾ ਫੋਨ ਭੁੱਲ ਗਿਆ, ਉਹੀ ਲੱਭ ਰਿਹਾ ਹਾਂ। ਉਹਨਾਂ ਕਿਹਾ, ਕਿਤੇ ਤੂੰ ਆਪਣਾ ਫੋਨ ਕਬਰ ਵਿੱਚ ਤਾਂ ਨਹੀਂ ਡਿੱਗ ਦਿੱਤਾ? ਉਹਨਾਂ ਨੇ ਮੈਨੂੰ ਬੜੀ ਹੈਰਾਨੀ ਨਾਲ ਪੁੱਛਿਆ। ਮੈਂ ਕਿਹਾ, ਹਾਂ, ਹੋ ਸਕਦਾ। ਅਸਲ ਵਿੱਚ ਜਦੋਂ ਮੈਂ ਕਬਰ ਵਿੱਚ ਗਿਆ ਸੀ ਤਾਂ ਮੈਨੂੰ ਕਿਸੇ ਨੇ ਉੱਥੋਂ ਹਟਾਉਣ ਦੇ ਲਈ
ਕਮੀਜ਼ ਫੜ ਕੇ ਖਿੱਚਿਆ ਸੀ। ਲੱਗਦਾ ਮੇਰਾ ਮੋਬਾਈਲ ਹੇਠਾਂ ਹੀ ਡਿੱਗ ਗਿਆ, ਪਰ ਮੈਨੂੰ ਕਵਰ ਪੱਟਣੀ ਪਵੇਗੀ। ਉਹਨਾਂ ਨੇ ਕਿਹਾ, ਤੌਬਾ ਕਰ ਮੀਆਂ, ਕਿਹੋ ਜੀਆਂ ਗੱਲਾਂ ਕਰ ਰਿਹਾ। ਉਹ ਆਦਮੀ ਆਪਣੀਆਂ ਕੰਨਾਂ ਨੂੰ ਹੱਥ ਲਾਉਣ ਲੱਗਾ। ਤੇ ਇੱਕ ਚੰਦ ਹਜ਼ਾਰ ਦੇ ਮੋਬਾਈਲ ਲਈ ਤੂੰ ਅੱਲਾ ਦਾ ਇੰਨਾ ਵੱਡਾ ਕਾਨੂੰਨ ਤੋੜੇਗਾ? ਕਵਰ ਅੱਲਾ ਦੀ ਹੱਦ ਹੁੰਦੀ ਆ। ਖਬਰਦਾਰ ਜੇ ਤੂੰ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਤੇਰੀ ਘਰਵਾਲੀ ਦੇ ਸਾਰੇ ਘਰ ਵਾਲੇ ਆ ਜਾਣਗੇ ਤੇ ਉਹ ਤੈਨੂੰ ਜਿਉਂਦਾ ਨਹੀਂ ਛੱਡਣਗੇ। ਤੂੰ ਇਹ ਗੱਲ ਬਿਲਕੁਲ ਨਾ ਕਰੀ ਤੇ ਉਹ ਇਹ ਸੋਚਣਗੇ ਕਿ ਤੂੰ ਹੀ ਉਹਨਾਂ ਦੀ ਧੀ ਨੂੰ ਮਾਰਿਆ ਹੈ। ਇਹ ਸੁਣ ਕੇ ਮੈਂ ਹੈਰਾਨ ਹੋ ਗਿਆ। ਉਸ ਆਦਮੀ ਨੂੰ ਮੇਰੇ ਘਰ ਦੇ ਮਸਲਿਆਂ ਬਾਰੇ ਕਿੱਦਾਂ ਪਤਾ ਸੀ? ਇਹ ਤਾਂ ਕਬਰ ਖੋਦਣ ਵਾਲਾ ਸੀ। ਫਿਰ ਉਸ ਨੂੰ ਇਹ ਵੀ ਪਤਾ ਸੀ ਕਿ ਮੇਰੀ ਪਤਨੀ ਤੇ ਉਸਦੇ ਘਰ ਵਾਲੇ ਮੇਰੇ ਤੇ ਨਾਰਾਜ਼ ਨੇ। ਇਹ ਕੀ ਮੇਰੀ ਘਰਵਾਲੀ ਦੇ ਪੇਕਿਆਂ ਦਾ ਕਬਰਸਤਾਨ ਹੈ? ਸ਼ਹਿਰ ਵਿੱਚ ਤਾਂ ਅਜਿਹੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ। ਕੋਈ ਦੂਜੇ ਕਬਰਸਤਾਨ ਦੇ ਬਾਰੇ ਜਾਣਦਾ, ਪਰ ਕਬਰ ਖੋਦਣ ਵਾਲਾ ਸੀ ਜਿਸ ਨੂੰ ਹਰ ਗੱਲ ਦਾ ਪਤਾ ਸੀ। ਮੈਂ ਬਹੁਤ ਹੈਰਾਨ ਸੀ, ਪਰ ਚੁੱਪ ਸੀ। ਉਸ ਵਕਤ ਗਾਮੀ ਇੰਨਾ ਸੀ ਕਿ ਜਲਦੀ ਨਾਲ ਮੈਂ ਘਰ ਵਾਪਸ ਆ ਗਿਆ। ਘਰ ਆ ਕੇ ਮੈਂ ਇਹ ਗੱਲ ਆਪਣੀ ਮਾਂ ਨੂੰ ਦੱਸੀ। ਮਾਂ ਕਹਿਣ ਲੱਗੀ, ਪੁੱਤ, ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕੀ ਗੱਲ ਆ? ਤੂੰ ਇਦਾਂ ਕਰ, ਦੂਜਾ ਮੋਬਾਈਲ ਲੈ ਆ। ਪਰੇਸ਼ਾਨ ਹੁੰਦਾ ਫਿਰੇਗਾ। ਬਿਨਾਂ ਮੋਬਾਈਲ ਤੋਂ ਤੇਰਾ ਦਿਲ ਹੋਰ ਵੀ ਜ਼ਿਆਦਾ ਪਰੇਸ਼ਾਨ ਹੋਊਗਾ। ਆਪਣਾ ਧਿਆਨ ਬਦਲਣ ਦੀ ਕੋਸ਼ਿਸ਼ ਕਰ। ਮੈਂ ਤੈਨੂੰ ਪੈਸੇ ਦਿੰਦੀ ਹਾਂ, ਤੂੰ ਜਾ ਕੇ ਮੋਬਾਈਲ ਲੈ ਆ। ਮੈਂ ਕਿਹਾ, ਮਾਂ, ਉਸ ਨੰਬਰ ਤੇ ਤਾਂ ਮੇਰੀ ਸਾਰੀ ਜਾਣਨ ਵਾਲੇ ਸੀ। ਖੈਰ ਚਲੋ, ਜੋ ਤੁਸੀਂ ਚਾਹੁੰਦੇ ਹੋ ਮੈਂ ਇਦਾਂ ਹੀ ਕਰਾਂਗਾ। ਤੁਸੀਂ ਮੈਨੂੰ ਪੈਸੇ ਦੇ ਦਿਓ, ਤੁਹਾਨੂੰ 1 ਮਹੀਨੇ ਬਾਅਦ ਵਾਪਸ ਕਰਾਂਗਾ। ਮਾਂ ਨੇ ਮੈਨੂੰ ਪੈਸੇ ਦਿੱਤੇ ਤੇ ਮੈਂ ਜਾ ਕੇ ਨਵਾਂ ਫੋਨ ਲੈ ਆਇਆ। ਮੈਂ ਆਪਣੇ ਕੋਲ ਇੱਕ ਸਿਮ ਰੱਖਣ ਲਈ ਸੀ। ਫਿਰ ਵੀ ਇੱਕ ਅਜਿਹਾ ਹਾਦਸਾ ਹੋਇਆ ਜਿਸ ਨੇ ਮੈਨੂੰ ਬਹੁਤ ਬੇਚੈਨੀ 'ਚ ਪਾ ਦਿੱਤਾ। ਰਾਤ ਦੇ 12 ਵੱਜ ਗਏ ਸੀ। ਮੇਰੇ ਫੋਨ ਤੇ ਸਿਗਨਲ ਨਹੀਂ ਆ ਰਿਹਾ ਸੀ। ਅਚਾਨਕ ਸਿਗਨਲ ਆਇਆ ਤਾਂ ਮੈਂ ਪਹਿਲੇ ਨੰਬਰ ਜੋ ਮਿਲਾਇਆ ਉਹ ਆਪਣਾ ਪੁਰਾਣਾ ਨੰਬਰ ਸੀ। ਸ਼ਾਇਦ ਮੈਂ ਸਿਗਨਲ ਚੈੱਕ ਕਰਨ ਲਈ ਅਜਿਹਾ ਕਰ ਰਿਹਾ ਸੀ। ਮੇਰਾ ਖਿਆਲ ਸੀ ਮੇਰਾ ਮੋਬਾਈਲ ਕਵਰ 'ਚ ਡਿੱਗ ਗਿਆ ਅਤੇ ਹੁਣ ਉਹ ਖਤਮ ਹੋ ਗਿਆ ਹੋਵੇਗਾ ਤੇ ਬੰਦ ਹੋ ਗਿਆ ਹੋਵੇਗਾ, ਕਿਉਂਕਿ ਫੋਨ ਦੀ ਚਾਰਜਿੰਗ ਵੀ ਜ਼ਿਆਦਾ ਨਹੀਂ ਹੁੰਦੀ। ਪਰ ਜਦੋਂ ਮੈਂ ਫੋਨ ਮਿਲਾਇਆ ਤਾਂ ਉਸਦੇ ਬੈਲ ਵੱਜੀ। ਇਹ ਸੁਣ ਕੇ ਮੇਰੇ ਰੌਂਗਟੇ ਖੜੇ ਹੋ ਗਏ। ਮੈਨੂੰ ਅਜੀਬ ਡਰ ਲੱਗਣ ਲੱਗਿਆ। ਮੇਰਾ ਮੋਬਾਈਲ ਕਵਰ ਵਿੱਚ ਸੀ ਤੇ ਉਸਦੀ ਬੈਲ ਜਾ ਰਹੀ ਸੀ ਤੇ ਅਗਲੇ ਹੀ ਪਲ ਜੋ ਹੋਇਆ ਉਸਨੇ ਮੈਨੂੰ ਹੈਰਾਨ ਕਰ ਦਿੱਤਾ। ਮੇਰਾ ਫੋਨ ਚੁੱਕ ਲਿਆ ਗਿਆ ਤੇ ਫਿਰ ਜੋ ਹੋਇਆ ਉਹ ਤਾਂ ਹੈਰਾਨੀ ਦੀ ਹੱਦ ਹੀ ਪਾਰ ਹੋ ਗਈ। ਸੱਚਾਈ ਵਿੱਚ ਉਹ ਫੋਨ ਆਪਣੇ ਥਾਂ ਤੋਂ ਚੁੱਕਿਆ ਗਿਆ ਸੀ। ਮੇਰੀ ਮਾਂ ਵੀ ਹੈਰਾਨ ਸੀ ਕਿ ਇਹ ਕੀ ਕਰ ਰਿਹਾ ਹਾਂ। ਮਾਂ ਨੇ ਪੁੱਛਿਆ, ਤੂੰ ਹੁਣ ਇਸ ਸਮੇਂ ਕਿੱਥੇ ਜਾ ਰਿਹਾ? ਮੈਂ ਕਿਹਾ, ਮਾਂ, ਮੈਂ ਆਪਣੀ ਪਤਨੀ ਦੀ ਕਬਰ ਤੇ ਜਾ ਰਿਹਾ। ਉਸਨੇ ਕਿਹਾ, ਕੀ ਹੋ ਗਿਆ? ਤੂੰ ਪਹਿਲਾਂ ਬਹਾਨਾ ਬਣਾ ਕੇ ਆ ਕੇ ਗਿਆ ਸੀ, ਹੁਣ ਕਿਹੜੀ ਆਫਤ ਆ ਗਈ? ਰਾਤ ਦੇ ਸਮੇਂ ਜੋ ਤੂੰ ਉਸਦੀ ਕਬਰ ਤੇ ਜਾ ਰਿਹਾ। ਮੈਂ ਕਿਹਾ, ਮਾਂ, ਮੈਨੂੰ ਜਾਣਾ ਹੀ ਪੈਣਾ। ਇਹ ਕਹਿ ਕੇ ਮੈਂ ਘਰ ਤੋਂ ਨਿਕਲ ਗਿਆ। ਮੈਂ ਨਹੀਂ ਜਾਣਦਾ ਸੀ ਕਿ ਮੇਰੀ ਮਾਂ ਮੇਰੇ ਪਿੱਛੋਂ ਕਿੰਨੀ ਪਰੇਸ਼ਾਨ ਹੋਵੇਗੀ ਤੇ ਮੇਰੇ ਦਿਲ ਵਿੱਚ ਸਿਰਫ ਇੱਕ ਹੀ ਖਿਆਲ ਚੱਲ ਰਿਹਾ ਸੀ, ਉਹ ਸੀ ਮੇਰੀ ਘਰਵਾਲੀ ਦਾ ਖਿਆਲ। ਕਿਉਂਕਿ ਜੋ ਕੁਝ ਮੈਂ ਸੁਣਿਆ ਸੀ ਉਸ ਤੋਂ ਬਾਅਦ ਮੈਂ ਚੁੱਪ ਤਾਂ ਨਹੀਂ ਰਹਿ ਸਕਦਾ ਸੀ। ਮੇਰੀ ਪੂਰੀ ਜ਼ਿੰਮੇਵਾਰੀ ਬਣਦੀ ਸੀ ਕਿ ਮੈਂ ਉਸ ਮਾਮਲੇ ਦੀ ਪੂਰੀ ਜਾਂਚ ਕਰਾਂ। ਇਸ ਲਈ ਮੈਂ ਆਪਣੀ ਪਤਨੀ ਦੀ ਕਬਰ ਤੱਕ ਪਹੁੰਚ ਗਿਆ। ਮੈਂ ਜਿੱਦਾਂ ਹੀ ਅੰਦਰ ਕਦਮ ਰੱਖਿਆ, ਉਹੀ ਆਦਮੀ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ, ਤੂੰ ਬਾਰ-ਬਾਰ ਇੱਥੇ ਕੀ ਲੱਭਣ ਆਉਣਾ? ਮੈਨੂੰ ਆਉਂਦਾ ਦੇਖ ਕੇ ਗੁੱਸੇ 'ਚ ਬੋਲਿਆ। ਮੈਂ ਕਿਹਾ, ਤੁਸੀਂ ਚੁੱਪ ਰਹੋ। ਤੁਸੀਂ ਵਾਰ-ਵਾਰ ਮੈਨੂੰ ਇਹ ਸਵਾਲ ਕਿਉਂ ਕਰਦੇ ਹੋ? ਮੈਂ ਇੱਥੇ ਕਿਉਂ ਆਇਆ ਹਾਂ? ਫਿਰ ਉਸਨੇ ਕਿਹਾ ਕਿ ਮੈਂ ਤਾਂ ਤੈਨੂੰ ਹਮਦਰਦੀ 'ਚ ਪੁੱਛ ਰਿਹਾ, ਨਾ ਤੈਨੂੰ ਇਸ ਕਬਰ ਦਾ ਪਤਾ ਹੈ ਕਿ ਮੈਂ ਇੱਥੇ ਕਬਰ ਖੋਦਣ ਵਾਲਾ ਹਾਂ। ਇਹ ਮੇਰੀ ਜ਼ਿੰਮੇਵਾਰੀ ਆ, ਇਸ ਲਈ ਮੈਂ ਪੁੱਛ ਰਿਹਾ ਕਿ ਕੋਈ ਦਿੱਕਤ ਹੈ ਤਾਂ ਮੈਨੂੰ ਦੱਸ, ਮੈਂ ਹੱਲ ਕਰ ਦਿੰਦਾ ਹਾਂ। ਮੈਂ ਉਸਨੂੰ ਸਭ ਗੱਲ ਦੱਸ ਦਿੱਤੀ। ਉਸਦੇ ਸੁਣਦੇ ਹੀ ਉਸਦੇ ਚਿਹਰੇ ਦਾ ਰੰਗ ਅਜੀਬ ਹੋ ਗਿਆ। ਉਹ ਉਸ ਮਾਮਲੇ ਵਿੱਚ ਕੁਝ ਨਹੀਂ ਜਾਣਦਾ ਸੀ, ਪਰ ਉਸਨੇ ਕਿਹਾ, ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਉਸਦਾ ਸੰਬੰਧ ਤੇਰੀ ਪਤਨੀ ਤੋਂ ਹੈ। ਤੇਰੀ ਪਤਨੀ ਦੀ ਕਬਰ ਨਹੀਂ। ਤੂੰ ਆਪਣੀ ਪਤਨੀ ਦੇ ਘਰ ਵਾਲਿਆਂ ਨੂੰ ਜਾ ਕੇ ਉਸਦਾ ਪਤਾ ਕਰ, ਤੈਨੂੰ ਆਪ ਹੀ ਸਮਝ ਆ ਜਾਊਗਾ। ਜੇ ਮੈਂ ਕੁਝ ਬੋਲਾਂਗਾ ਤਾਂ ਕਿਆਮਤ ਹੋ ਜਾਣੀ ਆ। ਇਸ ਲਈ ਮੈਂ ਆਪ ਗੁਨੇਗਾਰ ਨਹੀਂ ਹੋਣਾ ਚਾਹੁੰਦਾ। ਤੂੰ ਆਪ ਜਾ ਕੇ ਪਤਾ ਕਰ। ਅਕਲਮੰਦ ਨੂੰ ਇਸ਼ਾਰਾ ਹੀ ਬਹੁਤ ਹੁੰਦਾ। ਮੈਂ ਉਸਦੀ ਗੱਲ ਸੁਣ ਕੇ ਸਮਝ ਗਿਆ ਕਿ ਉਹ ਮੈਨੂੰ ਪੂਰੀ ਗੱਲ ਨਹੀਂ ਦੱਸਣਾ ਚਾਹੁੰਦਾ। ਸ਼ਾਇਦ ਮੇਰੀ ਪਤਨੀ ਦੇ ਘਰਦਿਆਂ ਤੋਂ ਉਸਨੂੰ ਕੋਈ ਪੈਸੇ ਮਿਲੇ ਹੋਣਗੇ ਜਾਂ ਕੋਈ ਗੱਲ ਹੋਰ ਹੋਊਗੀ, ਜਿਸ ਕਰਕੇ ਉਹ ਮੈਨੂੰ ਪੂਰੀ ਗੱਲ ਨਹੀਂ ਦੱਸ ਪਾ ਰਿਹਾ ਸੀ। ਮੈਂ ਆਪਣੀ ਪਤਨੀ ਦੀ ਕਬਰ ਤੋਂ ਹੋ ਕੇ ਉਸਦੇ ਘਰ ਗਿਆ, ਪਰ ਮੈਂ ਘਰ ਦੇ ਦਰਵਾਜ਼ੇ ਨੂੰ ਖੜਕਾਇਆ ਹੀ ਨਹੀਂ, ਸਿੱਧਾ ਹੀ ਅੰਦਰ ਚਲਾ ਗਿਆ। ਮੈਂ ਦੇਖਿਆ ਕਿ ਉਹ ਸਾਰੇ ਲੋਕ ਇੱਕ ਕਮਰੇ ਵਿੱਚ ਬੈਠੇ ਗੱਲਾਂ ਕਰ ਰਹੇ ਸੀ। ਘਰ ਦਾ ਬਾਹਰ ਵਾਲਾ ਹਿੱਸਾ ਬਿਲਕੁਲ ਖਾਲੀ ਸੀ ਤੇ ਉੱਥੇ ਕੋਈ ਵੀ ਨਹੀਂ ਸੀ।
ਇਸ ਲਈ ਮੈਂ ਜਾਂਦਾ ਹੋਇਆ ਉਸ ਕਮਰੇ ਦੇ ਨੇੜੇ ਪਹੁੰਚ ਗਿਆ ਜਿੱਥੇ ਉਹ ਗੱਲਾਂ ਕਰ ਰਹੇ ਸੀ। ਮੈਂ ਦੇਖਿਆ ਸਭ ਦੇ ਚਿਹਰੇ ਤੇ ਗੁੱਸਾ ਲੱਗਦਾ ਸੀ, ਜਿੱਦਾਂ ਉਹ ਮੈਨੂੰ ਮਾਰਨਾ ਸ਼ੁਰੂ ਕਰ ਦੇਣਗੇ। ਉਹ ਇਹ ਗੱਲ ਕਰ ਰਹੇ ਸੀ ਕਿ ਮੇਰੀ ਹੀ ਪਤਨੀ ਦੇ ਬਾਰੇ ਵਿੱਚ, ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਉਸ ਦਿਨ ਦਾ ਗੁੱਸਾ ਕਿਉਂ ਕਰ ਰਹੇ ਸੀ। ਉਸ ਸਮੇਂ ਮੇਰੇ ਹੱਥ ਕਿਸੇ ਚੀਜ਼ ਨੂੰ ਲੱਗਿਆ ਤਾਂ ਉਹ ਟੁੱਟ ਗਈ। ਉਸ ਦਾ ਸਭ ਦਾ ਧਿਆਨ ਮੇਰੇ ਵੱਲ ਆ ਗਿਆ। ਉਹ ਲੋਕ ਮੈਨੂੰ ਦੇਖਣ ਲੱਗੇ ਕਿ ਮੈਂ ਜਿੱਦਾਂ ਉਸ ਦੇ ਘਰ ਵਿੱਚ ਚੋਰੀ ਕਰ ਲਈ ਹੋਵੇ। ਉਹਨਾਂ ਨੇ ਕਿਹਾ, ਬੇਟਾ ਤੂੰ ਇੱਥੇ ਕਦੋਂ ਤੇ ਕਿਉਂ ਆਇਆ? ਮੇਰੀ ਸੱਸ ਨੇ ਮੈਨੂੰ ਪੁੱਛਿਆ। ਮੈਂ ਕਿਹਾ, ਮਾਂ ਜੀ ਮੈਂ ਤੁਹਾਨੂੰ ਇਹ ਦੱਸਣ ਲਈ ਆਇਆ ਹਾਂ ਕਿ ਮੈਂ ਆਪਣੀ ਸੱਸ ਵੱਲ ਤਰਸ ਉਮੀਦ ਭਰੀ ਨਜ਼ਰ ਦੇਖੀ। ਉਸਨੇ ਕਿਹਾ, ਹਾਂ ਬੇਟਾ ਆਓ ਦੱਸੋ, ਸਾਨੂੰ ਤੇਰਾ ਹੀ ਇੰਤਜ਼ਾਰ ਸੀ। ਮੈਂ ਕਿਹਾ, ਮੇਰਾ ਇੰਤਜ਼ਾਰ? ਪਰ ਕਿਉਂ? ਮੈਂ ਆਪਣੀ ਸੱਸ ਨੂੰ ਪੁੱਛਿਆ। ਉਸਨੇ ਕਿਹਾ, ਬੇਟਾ ਹਾਲਾਤ ਹੀ ਇਦਾਂ ਦੇ ਨੇ ਕਿ ਕੀ ਕਰਾਂਗੇ। ਤੈਨੂੰ ਤਾਂ ਪਤਾ ਹੀ ਆ ਕਿ ਅਸੀਂ ਇੱਕ ਮਾਮੂਲੀ ਖਾਨਦਾਨ ਤੋਂ ਸੰਬੰਧ ਰੱਖਦੇ ਹਾਂ। ਮੇਰਾ ਭਾਣਜਾ ਕੱਲ੍ਹ ਤੋਂ ਨਹੀਂ ਆ ਰਿਹਾ। ਉਹ ਇਦਾਂ ਗਾਇਬ ਹੋਇਆ ਕਿ ਮੇਰੀ ਭੈਣ ਵੀ ਪਰੇਸ਼ਾਨ ਹੋ ਗਈ ਆ। ਕਹਿੰਦੀ ਆ ਕਿ ਆਪਣੇ ਜਮਾਈ ਨੂੰ ਕਹਿ ਮੇਰੇ ਭਾਣਜੇ ਨੂੰ ਲੱਭ ਦੇ, ਵਰਨਾ ਮੈਂ ਮਰ ਜਾਊਂਗੀ। ਮੇਰਾ ਇੱਕ ਹੀ ਜਵਾਨ ਪੁੱਤ ਸੀ, ਉਹ ਵੀ ਨਹੀਂ ਰਿਹਾ ਤਾਂ ਮੈਂ ਜੀ ਕੇ ਕੀ ਕਰੂੰਗੀ। ਤੂੰ ਤਾਂ ਜਾਣਦਾ ਕਿ ਸਾਡੀ ਨਾਰਾਜ਼ਗੀ ਚੱਲ ਰਹੀ ਸੀ। ਅਜਿਹੇ ਮੌਕੇ ਤੇ ਅਸੀਂ ਦੋਨੇ ਖਾਨਦਾਨ ਇੱਕ ਦੂਜੇ ਦੇ ਨੇੜੇ ਹਾਂ। ਇਹ ਗੱਲ ਸੁਣ ਕੇ ਮੈਂ ਆਪਣਾ ਦੁੱਖ ਭੁੱਲ ਗਿਆ। ਮੈਂ ਕਿਹਾ, ਠੀਕ ਆ, ਮੈਂ ਤੁਹਾਡਾ ਕੰਮ ਕਰ ਦਿਆਂਗਾ, ਪਰ ਮੈਂ ਤੁਹਾਨੂੰ ਕੁਝ ਦੱਸਣ ਆਇਆ ਸੀ। ਉਸਨੇ ਕਿਹਾ, ਬੇਟੇ ਮਸਲੇ ਤਾਂ ਚੱਲਦੇ ਹੀ ਰਹਿੰਦੇ ਆ। ਮੇਰੀ ਸੱਸ ਨੇ ਮੇਰੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਤੇ ਕਿਹਾ ਕਿ ਪਹਿਲਾਂ ਤੂੰ ਆਪਣਾ ਕੰਮ ਕਰਵਾ ਦੇ, ਉਸ ਤੋਂ ਬਾਅਦ ਤੂੰ ਜੋ ਕਹੇਗਾ ਮੈਂ ਇਹੀ ਕਰੂੰਗੀ। ਮੈਂ ਉਹਨਾਂ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ ਸੀ। ਮੈਂ ਇੱਕ ਹੋਰ ਜ਼ਿੰਮੇਵਾਰੀ ਲੈ ਕੇ ਵਾਪਸ ਆਪਣੇ ਘਰ ਆ ਗਿਆ। ਮੈਂ ਆਪਣੀ ਪਤਨੀ ਦੀ ਕਬਰ ਖੋਦਣਾ ਚਾਹੁੰਦਾ ਸੀ। ਮੈਂ ਉਸ ਦੀ ਕਬਰ ਖੋਲ੍ਹ ਕੇ ਆਪਣੀ ਤਸੱਲੀ ਕਰ ਲਵਾਂ ਇੱਕ ਵਾਰੀ, ਕਿਉਂਕਿ ਜੋ ਕੁਝ ਮੈਂ ਸੁਣਿਆ ਸੀ ਉਹ ਜਾਣਦਾ ਸੀ। ਉਸ ਦੇ ਬਾਅਦ ਮੇਰਾ ਦਿਲ ਬਹੁਤ ਅਜੀਬ ਹੋ ਗਿਆ। ਮੈਂ ਚਾਹੁੰਦਾ ਸੀ ਕਿ ਮੈਂ ਆਪਣੀ ਪਤਨੀ ਦੀ ਕਬਰ ਨੂੰ ਖੋਲ੍ਹਾਂ, ਪਰ ਇਸ ਦੀ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਸੀ, ਨਾ ਹੀ ਕੋਈ ਮੇਰੀ ਇਹ ਗੱਲ 'ਤੇ ਯਕੀਨ ਕਰ ਰਿਹਾ ਸੀ। ਇਸ ਲਈ ਮੈਂ ਸੋਚ ਰਿਹਾ ਸੀ ਕਿ ਜੋ ਕੁਝ ਕਹੂੰਗਾ ਮੈਂ ਆਪ ਹੀ ਕਰੂੰਗਾ। ਰਾਤ ਦੇ 2 ਵਜੇ ਮੈਂ ਕਬਰਸਤਾਨ ਜਾਣ ਦਾ ਫੈਸਲਾ ਕਰ ਲਿਆ। ਮੈਂ ਆਪਣੀ ਪਤਨੀ ਦੀ ਕਬਰ ਖੋਲ੍ਹਣੀ ਸ਼ੁਰੂ ਕਰ ਦਿੱਤੀ। ਮੈਨੂੰ ਜ਼ਰੂਰੀ ਲੱਗ ਰਿਹਾ ਸੀ ਕਿ 2 ਵਜੇ ਘਰ ਦੇ ਸਭ ਲੋਕ ਸੌਂ ਗਏ ਸੀ। ਮੈਂ ਜਾਣਦਾ ਸੀ ਕਿ ਉਹ ਕਬਰ ਖੋਲ੍ਹਣ ਵਾਲਾ ਵੀ, ਜੋ ਮੈਨੂੰ ਵਾਰ-ਵਾਰ ਮਨਾ ਕਰ ਰਿਹਾ, ਉਹ ਵੀ ਇਸ ਵਕਤ ਨਹੀਂ ਜਾਗ ਰਿਹਾ ਹੋਵੇਗਾ। ਉਸ ਨੂੰ ਤਾਂ ਲੱਗਦਾ ਹੋਊਗਾ ਕਿ ਹੁਣ ਮੈਂ ਥੱਕ ਹਾਰ ਕੇ ਚੁੱਪ ਬੈਠ ਜਾਵਾਂਗਾ, ਪਰ ਮੈਂ ਚੁੱਪ ਬੈਠਣ ਵਾਲਿਆਂ ਵਿੱਚੋਂ ਨਹੀਂ ਸੀ। ਇੰਨੀ ਵੱਡੀ ਗੱਲ ਹੋ ਗਈ ਸੀ, ਮੈਂ ਕਿੱਦਾਂ ਚੁੱਪ ਰਹਿੰਦਾ। ਮੈਂ ਜਾ ਕੇ ਸਾਰਾ ਇੰਤਜ਼ਾਮ ਪੂਰਾ ਕਰ ਦਿੱਤਾ। ਤਕਰੀਬਨ 2:30 ਵਜੇ ਮੈਂ ਕਬਰ ਖੋਦਣੀ ਸ਼ੁਰੂ ਕਰ ਦਿੱਤੀ। ਕਬਰ ਦੀ ਮਿੱਟੀ ਬਹੁਤ ਨਰਮ ਸੀ। ਇੱਦਾਂ ਲੱਗਦਾ ਸੀ ਜਿੱਦਾਂ ਕਬਰ ਨੂੰ ਕੁਝ ਦੇਰ ਪਹਿਲਾਂ ਹੀ ਬੰਦ ਕੀਤਾ ਗਿਆ ਹੋਵੇ। ਮੈਂ ਜਲਦੀ ਮਿੱਟੀ ਪਰੇ ਕੀਤੀ ਤੇ ਪੱਥਰ ਨੂੰ ਹਟਾਉਣ ਲਈ 5 ਮਿੰਟ ਤੋਂ ਜ਼ਿਆਦਾ ਵਕਤ ਨਾ ਲੱਗਿਆ। ਉਸੇ ਵਕਤ ਇੰਨੇ ਜੋਸ਼ ਵਿੱਚ ਸੀ ਕਿ ਵੱਡੇ ਤੋਂ ਵੱਡਾ ਪੱਥਰ ਵੀ ਮੈਂ ਉਖਾੜ ਸਕਦਾ ਸੀ। ਜਦੋਂ ਮੈਂ ਪੱਥਰ ਹਟਾਇਆ ਤਾਂ ਇੱਕ ਹੋਰ ਹੈਰਾਨੀ ਦਾ ਝਟਕਾ ਮੈਨੂੰ ਲੱਗਿਆ। ਸਾਹਮਣੇ ਦੇਖ ਕੇ ਮੇਰੇ ਪਸੀਨੇ ਛੁੱਟ ਗਏ। ਮੈਂ ਬਹੁਤ ਹੀ ਜ਼ਿਆਦਾ ਹੈਰਾਨ ਹੋ ਚੁੱਕਿਆ ਸੀ। ਇਸ ਕਦਰ ਮੈਂ ਪਰੇਸ਼ਾਨ ਸੀ ਕਿ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ, ਹੱਸਾਂ ਜਾਂ ਫਿਰ ਰੋਵਾਂ। ਆਪਣੀ ਪਤਨੀ ਦੀ ਮੌਤ 'ਤੇ ਮਾਤਮ ਮਨਾਵਾਂ, ਕਿਉਂਕਿ ਸਾਹਮਣੇ ਕਬਰ ਖਾਲੀ ਸੀ। ਕਬਰ ਵਿੱਚ ਨਾ ਪਤਨੀ ਸੀ, ਨਾ ਉਸ ਦਾ ਕਫਨ ਤੇ ਨਾ ਹੀ ਮੇਰਾ ਫੋਨ। ਮੈਂ ਤਾਂ ਆਪਣਾ ਫੋਨ ਲੱਭਣ ਆਇਆ ਸੀ, ਪਰ ਇਹ ਇੱਕ ਨਵਾਂ ਹੀ ਕਿੱਸਾ ਖੁੱਲ੍ਹ ਗਿਆ ਸੀ। ਅਸਲ ਵਿੱਚ ਜਦੋਂ ਮੈਂ ਆਪਣਾ ਫੋਨ ਕੰਨ ਨੂੰ ਲਾਇਆ ਸੀ ਤਾਂ ਫੋਨ ਕਿਸੇ ਨੇ ਚੁੱਕਿਆ ਸੀ, ਪਰ ਮੈਨੂੰ ਇਸ ਗੱਲ 'ਤੇ ਲੱਗਿਆ ਜਿੱਦਾਂ ਮੇਰਾ ਫੋਨ ਕਬਰ ਵਿੱਚ ਨਹੀਂ, ਬਲਕਿ ਮੇਰਾ ਫੋਨ ਚੋਰੀ ਕਰਕੇ ਕੋਈ ਲੈ ਗਿਆ। ਪਰ ਜਦੋਂ ਮੈਂ ਅਗਲੀ ਗੱਲ ਸੁਣੀ, ਉਹ ਮੇਰੀ ਹੈਰਾਨੀ ਤੋਂ ਪਰੇ ਸੀ। ਕੁਝ ਦੇਰ ਬਾਅਦ ਅਜਿਹੀ ਆਵਾਜ਼ ਸੁਣਾਈ ਕਿ ਮੇਰੇ ਕੰਨਾਂ ਵਿੱਚ ਮੇਰੀ ਪਤਨੀ ਦੀ ਆਵਾਜ਼ ਆ ਰਹੀ ਸੀ। ਜਦੋਂ ਤੱਕ ਮੈਂ ਉਸ ਦਾ ਨਾਮ ਦਾ ਦਾਨ ਪੁੰਨ ਨਹੀਂ ਕਰ ਦਿੰਦਾ ਤਾਂ ਉਸ ਦੀ ਰੂਹ ਇੱਦਾਂ ਹੀ ਤੜਫਦੀ ਰਹੇਗੀ। ਸ਼ਾਇਦ ਮੈਂ ਇਹ ਗੱਲ ਸੁਣ ਕੇ ਬੇਵਕੂਫ ਬਣ ਜਾਂਦਾ, ਪਰ ਮੈਂ ਸੋਚਣ ਲੱਗਿਆ ਕਿ ਫਰਿਸ਼ਤੇ ਤਾਂ ਕਦੇ ਨਹੀਂ ਬੋਲਦੇ। ਨਹੀਂ ਫਿਰ ਇੱਦਾਂ ਕਿੱਦਾਂ ਹੋ ਸਕਦਾ ਕਿ ਫਰਿਸ਼ਤੇ ਦੀ ਆਵਾਜ਼ ਮੈਨੂੰ ਫੋਨ 'ਤੇ ਸੁਣ ਜਾਵੇ? ਇਹ ਚੀਜ਼ ਕੋਈ ਡਰਾਮਾ ਹੈ, ਇਹ ਸੱਚਾਈ ਨਹੀਂ ਹੋ ਸਕਦੀ। ਬਹੁਤ ਸਾਰੇ ਲੋਕਾਂ ਨੇ ਕਬਰ ਵਿੱਚ ਕੈਮਰੇ ਤੇ ਮਾਈਕ ਰੱਖਣ ਦੀ ਵੀ ਕੋਸ਼ਿਸ਼ ਕੀਤੀ ਆ, ਪਰ ਅੱਜ ਤੱਕ ਕਿਸੇ ਨੇ ਫਰਿਸ਼ਤੇ ਦੀ ਆਵਾਜ਼ ਕਿਸੇ ਇਨਸਾਨ ਦੇ ਕੰਨਾਂ 'ਚ ਨਹੀਂ ਪੈਂਦੀ ਦਿਖੀ। ਇਹ ਅੱਲਾ ਦਾ ਇੱਕ ਰਾਜ ਹੈ ਤੇ ਇਹ ਅੱਲਾ ਹੀ ਜਾਣਦਾ ਹੈ। ਇੱਦਾਂ ਨਹੀਂ ਹੋ ਸਕਦਾ ਕਿ ਕਿਸੇ ਕਬਰਸਤਾਨ ਵਿੱਚੋਂ ਰਿਸ਼ਤੇ ਦੀ ਆਵਾਜ਼ ਕੋਈ ਇਨਸਾਨ ਸੁਣ ਸਕੇ। ਬਸ ਉਦੋਂ ਹੀ ਮੈਨੂੰ ਸ਼ੱਕ ਪੈ ਗਿਆ ਤੇ ਮੈਂ ਆਪਣੀ ਪਤਨੀ ਦੀ ਕਬਰ ਖੋਦਣ ਦੀ ਠਾਣ ਲਈ ਸੀ। ਫਿਰ ਜਦੋਂ ਮੈਂ ਕਬਰ ਖੋਲ੍ਹੀ, ਉੱਥੇ ਮੈਨੂੰ ਕੁਝ ਵੀ ਨਾ ਮਿਲਿਆ। ਹੁਣ ਮੈਂ ਆਪਣੀ ਪਤਨੀ ਦੇ ਘਰਦਿਆਂ ਕੋਲ ਗਿਆ। ਮੈਂ ਕਿਹਾ ਕਿ ਤੁਹਾਡੀ ਧੀ ਕਬਰ ਵਿੱਚ ਨਹੀਂ ਆ।
ਮੇਰਾ ਸਹੁਰਾ ਮੇਰੇ ਤੇ ਗੁੱਸਾ ਕਰਨ ਲੱਗਿਆ ਕਿ ਇਹ ਬੇਮਤਲਬ ਦੀਆਂ ਗੱਲਾਂ ਕਰਨ ਨੂੰ ਕਿਸਨੇ ਕਿਹਾ ਸੀ। ਮੇਰੀ ਪਤਨੀ ਦਾ ਭਰਾ ਤਾਂ ਬਕਾਇਦਾ ਮੈਨੂੰ ਮਾਰਨ ਲਈ ਆ ਗਿਆ ਸੀ। ਉਹ ਇਸ ਕਦਰ ਉੱਚੀ ਆਵਾਜ਼ ਵਿੱਚ ਗੱਲ ਕਰ ਰਿਹਾ ਸੀ ਕਿ ਹੁਣ ਮੈਂ ਇਹਨਾਂ ਤੋਂ ਡਰਨ ਲੱਗਿਆ ਸੀ। ਮੈਂ ਕਿਹਾ ਕਿ ਤੁਹਾਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ। ਮੈਂ ਕਦੇ ਵੀ ਆਪਣੀ ਪਤਨੀ ਲਈ ਬੁਰਾ ਨਹੀਂ ਸੋਚ ਸਕਦਾ। ਇਹ ਗੱਲ ਉਹਨਾਂ ਲੋਕਾਂ ਨੂੰ ਕੌਣ ਸਮਝਾਵੇ। ਉਹਨਾਂ ਨੂੰ ਤਾਂ ਮੈਂ ਨਾ ਜਾਣੇ ਕਸਾਈ ਲੱਗਦਾ ਸੀ ਤੇ ਉਸ ਸਮੇਂ ਜਲਾਦ ਰੰਗ ਲੱਗ ਰਿਹਾ ਸੀ। ਮੈਂ ਆਪਣੀ ਘਰਵਾਲੀ ਦੇ ਘਰਦਿਆਂ ਨਾਲ ਬਹੁਤ ਜ਼ਿਆਦਾ ਬਹਿਸ ਕਰਨਾ ਸਹੀ ਨਾ ਸਮਝਿਆ ਕਿਉਂਕਿ ਉਹ ਤਾਂ ਲੜਨ ਨੂੰ ਤਿਆਰ ਬੈਠੇ ਸੀ। ਮੈਂ ਇਹੋ ਜਿਹੇ ਲੋਕਾਂ ਨਾਲ ਕਿੰਨੀ ਵੀ ਗੱਲ ਕਰਦਾ ਪਰ ਉਹ ਨਾ ਸੁਣਦੇ। ਮੈਂ ਉੱਥੋਂ ਵਾਪਸ ਆ ਗਿਆ। ਸਭ ਤੋਂ ਪਹਿਲਾਂ ਮੈਂ ਆਪਣੀ ਸੱਸ ਦੇ ਭਾਣਜੇ ਨੂੰ ਲੱਭਣਾ ਸ਼ੁਰੂ ਕੀਤਾ। ਉਸਨੇ ਮੈਨੂੰ ਲੱਭਣ ਨੂੰ ਜੋ ਕਿਹਾ ਸੀ ਬਾਕੀ ਕੰਮ ਛੱਡ ਕੇ ਮੈਂ ਉਸ ਨੂੰ ਹੀ ਲੱਭਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਆਪਣੀ ਪਤਨੀ ਦੇ ਉਸ ਕਜ਼ਨ ਤੇ ਬਹੁਤ ਜ਼ਿਆਦਾ ਸ਼ੱਕ ਸੀ। ਉਹ ਵੀ ਉਸੇ ਦਿਨ ਗਾਇਬ ਹੋਇਆ ਸੀ ਜਿਸ ਦਿਨ ਮੇਰੀ ਪਤਨੀ ਮਰੀ ਸੀ। ਮੈਂ ਇਹ ਪੁੱਛਦਾ ਉੱਥੋਂ ਨਿਕਲਦਾ ਬੱਸ ਅੱਡੇ ਤੇ ਪਹੁੰਚਿਆ। ਉੱਥੇ ਜਾ ਕੇ ਮੈਂ ਆਪਣੀ ਸੱਸ ਦੇ ਭਾਣਜੇ ਬਾਰੇ ਪੁੱਛਿਆ। ਮੈਨੂੰ ਉੱਥੋਂ ਦੇ ਇੱਕ ਆਦਮੀ ਨੇ ਇੱਕ ਗੱਲ ਪਤਾ ਲੱਗੀ ਕਿ ਉਹ ਸਵੇਰੇ ਸਵੇਰੇ ਇੱਥੋਂ ਨਿਕਲਿਆ ਹੈ। ਇਹ ਗੱਲ ਕੋਈ ਜ਼ਿਆਦਾ ਹੈਰਾਨ ਕਰਨ ਵਾਲੀ ਨਹੀਂ ਸੀ। ਉਸ ਦਾ ਪਤਾ ਲੱਭਦੇ ਉਸ ਤੱਕ ਮੈਂ ਕਿੱਦਾਂ ਪਹੁੰਚਿਆ ਇਹ ਇੱਕ ਕਹਾਣੀ ਅਲੱਗ ਹੈ। ਉਹ ਇੱਕ ਛੋਟੀ ਜਿਹੀ ਤੰਗ ਗਲੀ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ ਤੇ ਅੱਜ ਉਸ ਨੂੰ ਲੱਭਦੇ ਹੋਏ ਮੈਨੂੰ ਇੱਕ ਹਫ਼ਤਾ ਹੋ ਗਿਆ ਸੀ। ਹਫ਼ਤੇ ਬਾਅਦ ਜਦੋਂ ਮੈਂ ਉਸ ਦੀ ਗਲੀ ਵਿੱਚ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਮੇਰੇ ਦਿਲ ਵਿੱਚ ਬਹੁਤ ਸਵਾਲ ਸੀ ਜੋ ਮੈਂ ਉਸ ਤੋਂ ਪੁੱਛਣਾ ਚਾਹੁੰਦਾ ਸੀ। ਜਿੱਦਾਂ ਹੀ ਦਰਵਾਜ਼ਾ ਖੁੱਲ੍ਹਿਆ ਮੈਂ ਦੇਖਿਆ ਕਿ ਸਾਹਮਣੇ ਕੋਈ ਹੋਰ ਨਹੀਂ ਬਲਕਿ ਮੇਰੀ ਆਪਣੀ ਹੀ ਪਤਨੀ ਖੜੀ ਸੀ। ਮੈਂ ਤਾਂ ਕਿਸੇ ਹੋਰ ਨੂੰ ਲੱਭਣ ਆਇਆ ਸੀ। ਮੈਨੂੰ ਦੇਖਦੇ ਹੀ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਉਸਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਤੇ ਪਿੱਛੇ ਨੂੰ ਭੱਜਣ ਲੱਗੀ। ਮੈਂ ਉਸਦੀ ਬਾਂਹ ਤੇ ਫੜ ਕੇ ਉਸ ਨੂੰ ਫੜ ਲਿਆ। ਉਹ ਰੌਲਾ ਪਾਉਣ ਲੱਗੀ। ਸ਼ਾਇਦ ਆਂਢ ਗੁਆਂਢ ਵਾਲਿਆਂ ਦੇ ਸਾਹਮਣੇ ਉਹ ਮੈਨੂੰ ਇੱਕ ਗਲਤ ਆਦਮੀ ਸਾਬਤ ਕਰਨਾ ਚਾਹੁੰਦੀ ਸੀ। ਮੈਂ ਉਸ ਨੂੰ ਚੁੱਪ ਕਰਵਾ ਦਿੱਤਾ ਕਿ ਇਹ ਮੇਰੀ ਪਤਨੀ ਹੈ ਤੇ ਮੈਂ ਉਸ ਨੂੰ ਇੱਥੇ ਛੱਡ ਕੇ ਨਹੀਂ ਜਾ ਸਕਦਾ। ਸਭ ਲੋਕ ਹੈਰਾਨ ਸੀ। ਮੇਰੀ ਪਤਨੀ ਦੇ ਚਿਹਰੇ ਤੇ ਬਹੁਤ ਸ਼ਰਮਿੰਦਗੀ ਸੀ। ਮੈਂ ਉਸ ਨੂੰ ਲਿਆ ਕੇ ਗਲੀ ਵਿੱਚ ਸੁੱਟਿਆ ਤੇ ਉਸ ਨੂੰ ਪੁੱਛਿਆ ਕਿ ਤੂੰ ਇੱਥੇ ਕੀ ਕਰ ਰਹੀ ਆ? ਤੂੰ ਤਾਂ ਮਰ ਗਈ ਸੀ। ਉਹ ਰੋਣ ਲੱਗੀ ਤੇ ਕਹਿਣ ਲੱਗੀ ਅੱਲਾ ਮੈਨੂੰ ਮਾਫ਼ ਕਰ ਦੇ। ਮੈਂ ਉਸ ਨੂੰ ਕਿਹਾ ਤੂੰ ਅੱਲਾ ਦਾ ਨਾਮ ਲੈ ਕੇ ਉਸ ਨੂੰ ਵੀ ਨਾਰਾਜ਼ ਕਰਕੇ ਰਸਤਾ ਬਣਾਇਆ। ਹੁਣ ਦੱਸ ਕੀ ਤੇਰੀ ਸਜ਼ਾ ਹੋਣੀ ਚਾਹੀਦੀ ਆ? ਮੇਰੀ ਪਤਨੀ ਮੈਨੂੰ ਹੱਥ ਜੋੜ ਕੇ ਮੇਰੇ ਤੋਂ ਮਾफ़ੀ ਮੰਗਣ ਲੱਗੀ। ਪਹਿਲਾਂ ਇੱਕ ਵਾਰ ਤੁਸੀਂ ਮੇਰੀ ਗੱਲ ਸੁਣ ਲਓ ਫਿਰ ਮੈਂ ਤੁਹਾਨੂੰ ਸਭ ਕੁਝ ਦੱਸ ਦਿਆਂਗੀ। ਜੇ ਤੁਹਾਨੂੰ ਯਕੀਨ ਨਹੀਂ ਆਇਆ ਫਿਰ ਤੁਸੀਂ ਜੋ ਕਹੋਗੇ ਮੈਂ ਉਹੀ ਕਰਾਂਗੀ। ਮੇਰੀ ਪਤਨੀ ਨੇ ਜਦੋਂ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਤਾਂ ਮੈਂ ਚੁੱਪ ਹੋ ਗਿਆ। ਹੁਣ ਮੈਂ ਉਸ ਨੂੰ ਕੀ ਕਹਿੰਦਾ ਕਿ ਤੇਰੇ ਕੀਤੇ ਦੀ ਕੀ ਸਜ਼ਾ ਦਿੰਦਾ? ਉਸਨੇ ਦੱਸਿਆ ਕਿ ਜਦੋਂ ਤੋਂ ਮੈਂ ਵੱਡੀ ਹੋਈ ਸੀ ਉਸ ਦੇ ਘਰ ਵਿੱਚ ਉਸ ਦੇ ਖਾਨਦਾਨ ਵਾਲਿਆਂ ਦਾ ਆਉਣਾ ਜਾਣਾ ਰਹਿੰਦਾ ਸੀ। ਉਸ ਦੇ ਇੱਕ ਕਜ਼ਨ ਜੋ ਉਸ ਦੀ ਮਾਸੀ ਦਾ ਮੁੰਡਾ ਸੀ ਅਕਸਰ ਉਸ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ। ਉਹ ਉਸ ਨੂੰ ਮਾਡਲਿੰਗ ਕਰਵਾਉਣ ਲਈ ਦੂਜੇ ਸ਼ਹਿਰ ਲੈ ਕੇ ਜਾਵੇਗਾ। ਉਹ ਹਮੇਸ਼ਾ ਉਸ ਨੂੰ ਇਹੀ ਕਹਿੰਦਾ ਸੀ ਕਿ ਉਹ ਬਹੁਤ ਪੈਸੇ ਕਮਾਵੇਗੀ ਤੇ ਮਸ਼ਹੂਰ ਹੋ ਜਾਵੇਗੀ, ਘਰ ਦੀ ਗਰੀਬੀ ਖਤਮ ਕਰ ਦੇਵੇਗੀ। ਤੇ ਮੈਂ ਉਸ ਦੀਆਂ ਗੱਲਾਂ 'ਚ ਆ ਗਈ, ਉਸ ਦੇ ਨਾਲ ਚਲੀ ਗਈ। ਦੂਜੇ ਸ਼ਹਿਰ ਜਾ ਕੇ ਉਸਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਨਾਲ ਹੀ ਮੇਰੀਆਂ ਬਹੁਤ ਫੋਟੋਆਂ ਵੀ ਲੈ ਲਈਆਂ। ਇੰਨੀਆਂ ਫੋਟੋਆਂ ਬਣਾ ਲਈਆਂ ਕਿ ਮੇਰੀ ਮਜਬੂਰੀ ਹੋ ਗਈ ਉਸ ਦੀ ਹਰ ਗੱਲ ਮੰਨਣ ਦੀ। ਜਦੋਂ ਇਹ ਗੱਲ ਮਾਂ ਨੂੰ ਪਤਾ ਲੱਗੀ ਤਾਂ ਮੇਰੀ ਮਾਂ ਨੇ ਮੇਰਾ ਵਿਆਹ ਕਰ ਦਿੱਤਾ। ਪਰ ਮੇਰੀ ਮਾਸੀ ਦੇ ਮੁੰਡੇ ਨੇ ਮੇਰਾ ਪਿੱਛਾ ਨਹੀਂ ਛੱਡਿਆ। ਕਦੇ ਉਸਦੇ ਸਹੁਰੇ ਘਰ ਆਉਂਦਾ ਤੇ ਕਦੇ ਕੁਝ ਕਰਦਾ। ਮੈਨੂੰ ਸਖਤੀ ਨਾਲ ਮਨਾ ਕਰ ਰੱਖਿਆ ਸੀ ਕਿ ਜੇ ਤੂੰ ਮੇਰੇ ਬਾਰੇ ਕਿਸੇ ਨੂੰ ਕੁਝ ਦੱਸਿਆ ਤਾਂ ਮੈਂ ਤੇਰੀਆਂ ਸਾਰੀਆਂ ਫੋਟੋਆਂ ਤੇਰੇ ਪਤੀ ਨੂੰ ਦਿਖਾ ਦੇਵਾਂਗਾ। ਇਸ ਕਰਕੇ ਮੈਂ ਮਜਬੂਰ ਸੀ। ਮੇਰੀ ਪਤਨੀ ਹੁਣ 2 ਹਿੱਸਿਆਂ ਵਿੱਚ ਵੰਡੀ ਗਈ ਸੀ। ਉਹ ਉਸ ਆਦਮੀ ਦੀਆਂ ਗੱਲਾਂ ਵੀ ਮੰਨਦੀ ਸੀ ਤੇ ਮੇਰੇ ਘਰ ਵਿੱਚ ਵੀ ਖੁਸ਼ ਰਹਿੰਦੀ ਸੀ। ਆਪਣਾ ਗਮ ਕਿਸੇ ਤੇ ਜ਼ਾਹਰ ਨਾ ਹੋਣ ਦਿੰਦੀ। ਇੱਕ ਦਿਨ ਉਸ ਦੀ ਮਾਸੀ ਦੇ ਮੁੰਡੇ ਨੇ ਅਨੋਖੀ ਫਰਮਾਇਸ਼ ਕਰ ਦਿੱਤੀ ਕਿ ਤੂੰ ਮਰਨ ਦਾ ਨਾਟਕ ਕਰ। ਉਸ ਤੋਂ ਬਾਅਦ ਮੈਂ ਤੈਨੂੰ ਇੱਥੋਂ ਲੈ ਜਾਵਾਂਗਾ। ਤੂੰ ਮੇਰੀ ਪਤਨੀ ਬਣ ਕੇ ਰਹੇਂਗੀ। ਉਸ ਬੇਵਕੂਫ ਨੂੰ ਇੰਨਾ ਵੀ ਨਹੀਂ ਪਤਾ ਸੀ ਕਿ ਇੱਕ ਆਦਮੀ ਨਾਲ ਨਿਕਾਹ ਹੁੰਦੇ ਹੋਏ ਦੂਜਾ ਨਿਕਾਹ ਨਹੀਂ ਹੋ ਸਕਦਾ। ਮੇਰੀ ਪਤਨੀ ਨੇ ਉਸ ਦੇ ਕਹਿਣ ਦੇ ਮੁਤਾਬਕ ਨਾਟਕ ਕੀਤਾ। ਖੁਦਾ ਜਾਣੇ ਨਾਟਕ ਉਸਨੇ ਇੰਨੀ ਚੰਗੀ ਤਰ੍ਹਾਂ ਕੀਤਾ। ਜਿੱਦਾਂ ਮੇਰੀ ਪਤਨੀ ਦੇ ਮਰਨ ਦਾ ਪਤਾ ਲੱਗਿਆ ਸੀ ਉਸ ਦੇ ਪੇਕੇ ਵਾਲੇ ਸਭ ਆ ਗਏ। ਸਭ ਉਸ ਨੂੰ ਦਫਨਾਉਣ ਲਈ ਜਲਦੀ ਕਰਨ ਦੀ ਵਜ੍ਹਾ ਇਹੀ ਸੀ ਕਿ ਉਸ ਆਦਮੀ ਉਹਨਾਂ ਸਭ ਦੇ ਪਿੱਛੇ ਖੜਾ ਸੀ। ਉਸਨੇ ਸਭ ਨੂੰ ਪੈਸੇ ਦੇ ਰੱਖੇ ਸੀ। ਹੁਣ ਉਹ ਮੇਰੀ ਪਤਨੀ ਨੂੰ ਪੈਸੇ ਕਮਾਉਣ ਦਾ ਜ਼ਰੀਆ ਬਣਾ ਚੁੱਕਾ ਸੀ। ਮੇਰੀ ਪਤਨੀ ਮੇਰੇ ਘਰ ਵਾਲਿਆਂ ਨਾਲ ਨਜ਼ਰ ਮਿਲਾਉਣ ਦੇ ਕਾਬਲ ਵੀ ਨਹੀਂ ਰਹੀ। ਇਸ ਲਈ ਉਸ ਦੀਆਂ ਗੱਲਾਂ ਮੰਨਦੀ ਚਲੀ ਗਈ ਤੇ ਦਲਦਲ ਵਿੱਚ ਫਸ ਰਹੀ ਸੀ।
ਆਪਣੇ ਤੋਂ ਦੂਰ ਕਰਨ ਦੀ ਬਜਾਏ ਮੈਂ ਉਸ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਜੇ ਤੂੰ ਇਸ ਦਲਦਲ 'ਚੋਂ ਨਿਕਲਣਾ ਚਾਹੁੰਦੀ ਆ ਤਾਂ ਮੈਂ ਤੇਰੇ ਨਾਲ ਖੜਾ ਹਾਂ। ਹੁਣ ਮੈਂ ਉਸ ਆਦਮੀ ਨੂੰ ਖੁਦ ਦੇਖਾਂਗਾ ਤੇ ਉਸ ਨੂੰ ਕਾਨੂੰਨ ਦੇ ਹਵਾਲੇ ਕਰ ਦੇਵਾਂਗਾ, ਚਾਹੇ ਤੇਰੀਆਂ ਕਿੰਨੀਆਂ ਹੀ ਫੋਟੋਆਂ ਉਸ ਦੇ ਕੋਲ ਕਿਉਂ ਨਾ ਹੋਣ, ਚਾਹੇ ਉਹ ਸਾਰੀ ਦੁਨੀਆ ਨੂੰ ਦਿਖਾ ਦੇਵੇ, ਪਰ ਮੈਂ ਹੁਣ ਤੈਨੂੰ ਉਸ ਨੂੰ ਇਸਤੇਮਾਲ ਨਹੀਂ ਕਰਨ ਦੇਵਾਂਗਾ। ਮੈਂ ਉਸ ਇਨਸਾਨ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਇਰਾਦਾ ਕਰ ਲਿਆ ਸੀ। ਮੈਂ ਆਪਣੀ ਪਤਨੀ ਦਾ ਸਾਥ ਨਹੀਂ ਛੱਡਿਆ ਕਿਉਂਕਿ ਮੈਂ ਹੁਣ ਉਸ ਦੀ ਮਜਬੂਰੀ ਸਮਝ ਚੁੱਕਿਆ ਸੀ। ਇਹ ਜਾਣਦੇ ਹੋਏ ਵੀ ਜੇ ਮੈਂ ਉਸ ਦਾ ਸਾਥ ਨਾ ਦਿੰਦਾ ਤਾਂ ਮੇਰੀ ਹੀ ਗਲਤੀ ਸੀ, ਕਿਉਂਕਿ ਜੋ ਲੋਕ ਆਪਣੀ ਪਤਨੀ ਦਾ ਹੱਥ ਇਕੱਲਾ ਛੱਡ ਦਿੰਦੇ ਹਨ ਉਹ ਮਰਦ ਕਹਾਉਣ ਦੇ ਕਾਬਿਲ ਨਹੀਂ ਹੁੰਦੇ। ਮੇਰੀ ਪਤਨੀ ਨੇ ਕਿਹਾ, ਪਲੀਜ਼ ਮੈਨੂੰ ਬਚਾ ਲਵੋ ਇਸ ਨਰਕ ਤੋਂ। ਮੈਂ ਕਿਹਾ, ਤੂੰ ਫਿਕਰ ਨਾ ਕਰ, ਹੁਣ ਮੈਂ ਤੇਰੇ ਨਾਲ ਹਾਂ। ਮੈਂ ਉੱਥੇ ਹੀ ਉਸ ਦੇ ਘਰ ਬੈਠ ਗਿਆ। ਸ਼ਾਮ ਨੂੰ ਜਦੋਂ ਉਹ ਘਰ ਆਇਆ ਤਾਂ ਮੈਨੂੰ ਦੇਖ ਕੇ ਹੱਕਾ ਬੱਕਾ ਰਹਿ ਗਿਆ। ਮੈਂ ਕਿਹਾ ਕਿ ਤੂੰ ਇਹ ਸਭ ਇਸ ਦੇ ਨਾਲ ਕੀ ਕੀਤਾ, ਤਾਂ ਉਹ ਸਾਫ਼ ਮੁੱਕਰ ਗਿਆ, ਕਹਿੰਦਾ ਕਿ ਤੇਰੀ ਪਤਨੀ ਤੇ ਮੇਰੇ ਪਿੱਛੇ ਪਈ ਹੋਈ ਸੀ। ਮੈਂ ਉਸ ਦੇ ਮੂੰਹ ਤੇ ਥੱਪੜ ਮਾਰਿਆ ਤੇ ਆਖਿਆ ਕਿ ਜੋ ਤੇਰੇ ਕੋਲ ਫੋਟੋਆਂ ਉਹ ਸਭ ਡਿਲੀਟ ਕਰ ਦੇ, ਨਹੀਂ ਮੈਂ ਤੈਨੂੰ ਪੁਲਿਸ ਦੇ ਹਵਾਲੇ ਕਰ ਦੇਵਾਂਗਾ। ਉਸਨੇ ਇੰਨੇ ਡਰਾਵੇ ਵਿੱਚ ਹੀ ਫੋਟੋਆਂ ਫੋਨ ਵਿੱਚੋਂ ਡਿਲੀਟ ਕਰ ਦਿੱਤੀਆਂ ਤੇ ਮੈਂ ਆਪਣੀ ਪਤਨੀ ਨੂੰ ਲੈ ਕੇ ਘਰ ਆ ਗਿਆ। ਘਰ ਆ ਕੇ ਆਂਢ ਗੁਆਂਢ ਤੋਂ ਕਾਫੀ ਗੱਲਾਂ ਸੁਣਨ ਨੂੰ ਮਿਲੀਆਂ, ਪਰ ਮੈਂ ਕਿਸੇ ਦੀ ਪਰਵਾਹ ਨਾ ਕੀਤੀ ਤੇ ਹੁਣ ਅਸੀਂ ਦੋਵੇਂ ਪਤੀ ਪਤਨੀ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਹੇ ਹਾਂ। ਸੋ ਦੋਸਤੋ, ਇਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।